ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹੇ ਰੱਬ ਹੇ ਸੱਸ ਹੈ ਕਰੁਣਾ ਨਿਧ, ਮੇਰੀ ਅਵੇ ਬਿਨਤੀ ਸੁਨ ਲੀਜੈ। और न मांगत हो तुम ते कछ, चाहत हो चित मैं सोई कीजै। हे चतर बाह्य अष्टाकरी, नार सिंह जय के पेस। प्रहलाद उबार्यो दुख हरियो, हर नाकस हरियो नरेस। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਦੀ ਕਿਰਪਾ ਦੇ ਨਾਲ ਅਸੀਂ ਦੋ ਵਿਚਾਰਾਂ ਕਰਨੀਆਂ ਨੇ। ਇੱਕ ਹੈ ਦਵੈਤ ਮਤ ਦੇ ਉੱਤੇ, ਦੂਜੀ ਅਦਵੈਤ ਮਤ ਦੇ ਉੱਤੇ। ਜਦ ਦਵੈਤ ਮਤ ਤੋਂ ਭਾਵ ਜਦ ਦੋ ਦੀ ਕਥਾ ਚੱਲਦੀ ਹੈ, ਜਦ ਈਸ਼ ਤੇ ਜੀਵ ਦੀ ਕਥਾ, ਰੱਬ ਦੀ ਤੇ ਇਨਸਾਨ ਦੀ ਜਦ ਕਥਾ ਚੱਲਦੀ ਹੈ ਤੇ ਉਹ ਦਵੈਤ ਦੇ ਵਿੱਚ ਹੁੰਦੀ ਹੈ। ਤੇ ਦਵੈਤ ਵੀ ਦੋ ਪ੍ਰਕਾਰ ਦੇ ਨੇ। ਇੱਕ ਮਾਇਆਵੀ ਦਵੈਤ ਹੁੰਦੀ ਹੈ, ਜਿਹਦੇ ਵਿੱਚ ਜੀਵ ਆਪਣੇ ਆਪ ਨੂੰ ਮਾਇਆ ਦੇ ਬੰਧਨ ਦੇ ਵਿੱਚ ਸਮਝਦਾ ਹੈ, ਵਿਕਾਰਾਂ ਦੇ ਬੰਧਨ ਦੇ ਵਿੱਚ ਸਮਝਦਾ ਹੋਇਆ ਵਿਕਾਰੀ ਹੋ ਕਰਕੇ ਮਾਇਆ ਦੇ ਵਿੱਚ ਵਿਚਰਦਾ ਹੈ। ਇੱਕ ਇਹ ਦਵੈਤ ਹੈ ਜੋ ਨਰਕਾਂ ਦਾ ਰਾਹ ਹੈ। ਦੂਜਾ ਦਵੈਤ ਜੋ ਹੈ ਈਸ਼ ਤੇ ਜੀਵ ਦੇ ਵਿੱਚ ਜਿਹੜੇ ਪ੍ਰੇਮ ਦੇ ਬੰਧਨ ਹਨ, ਉਹਦਾ ਆਨੰਦ ਹੈ। ਤੇ ਇਹ ਦਵੈਤ ਜੋ ਹੈ ਇਹ ਆਨੰਦਮਈ ਹੋ ਜਾਂਦਾ ਹੈ, ਕਿਉਂਕਿ ਅਸੀਂ ਕਿਸੇ ਦੇ ਪ੍ਰੇਮ ਦੇ ਬੰਧਨ ਦੇ ਵਿੱਚ ਹੁੰਦੇ ਹਾਂ। ਗੁਰੂ ਤੇ ਭਗਤ ਰੂਪ ਹੁੰਦੇ ਹਨ, ਦੋ ਚੀਜ਼ਾਂ ਹੋ ਜਾਂਦੀਆਂ ਨੇ। ਪਰ ਇਹਦੇ ਵਿੱਚ ਵੀ ਕਹਿੰਦੇ ਹਨ ਕਿ ਇੱਕ ਰੂਪ ਨਹੀਂ ਹੁੰਦੇ। ਇੱਕ ਰੂਪ ਦਾ ਅਨੁਭਵ ਜੋ ਹੈ ਉਹ ਨਿਰਗੁਣ ਅਵਸਥਾ ਦੇ ਵਿੱਚ ਹੁੰਦਾ ਹੈ। ਤੇ ਨਿਰਗੁਣ ਅਵਸਥਾ ਕੀ ਹੈ, ਕਿਵੇਂ ਉਸ ਦਾ ਅਭਿਆਸ ਕੀਤਾ ਜਾਵੇ, ਉਹ ਜਦ ਤੱਕ ਕਰਮਾਂ ਦੇ ਵਿੱਚ ਗੁਰੂ ਦੀ ਕਿਰਪਾ ਨਹੀਂ ਝਲਕਦੀ, ਤਦ ਤੱਕ ਸਾਨੂੰ ਕੋਈ ਵਿਦਿਆ ਗੁਰੂ ਦੀ ਪ੍ਰਾਪਤੀ ਨਹੀਂ ਹੁੰਦੀ। ਤੇ ਵਿਦਿਆ ਗੁਰੂ ਵੀ ਇਹੋ ਜਿਹਾ ਜਿਹੜਾ ਆਪ ਨਿਰਗੁਣ ਦਾ ਉਪਾਸ਼ਕ ਹੋਵੇ ਤੇ ਸਰਗੁਣ ਦੀ ਸੂਝ-ਬੂਝ ਵੀ ਉਹਨੂੰ ਹੋਵੇ, ਜਿਹਦੀ ਸਰਗੁਣ ਉਪਾਸ਼ਨਾ ਦੇ ਵਿੱਚ ਬਹੁਤ ਮਾਹਰ ਹਾਸਲ ਹੋਵੇ ਤੇ ਨਿਰਗੁਣ ਉਪਾਸ਼ਨਾ ਕਰਦਾ ਹੋਵੇ ਤੇ ਦੂਜਿਆਂ ਨੂੰ ਦ੍ਰਿੜ ਕਰਾਉਂਦਾ ਹੋਵੇ। ਇਹੋ ਜਿਹਾ ਕੋਈ ਵਿਦਿਆ ਗੁਰੂ ਲੱਭ ਜਾਵੇ ਤੇ ਫਿਰ ਜਿਹੜਾ ਸਿੱਖ ਹੈ, ਮੁਮੁਕਸ਼ੂ ਹੈ, ਉਹਦੇ ਵਿੱਚ ਵਿਦਿਆ ਪੜ੍ਹਨ ਦਾ ਜਿਹੜਾ ਚਾਅ ਹੈ ਉਹ ਉਤਸ਼ਾਹ ਪ੍ਰਗਟ ਹੋ ਜਾਂਦਾ ਹੈ। ਤੇ ਫਿਰ ਵਿਦਿਆ ਪੜ੍ਹ ਕੇ ਉਹਦਾ ਅਭਿਆਸ ਕਰਕੇ ਹੁੰਦਾ ਕੀ ਹੈ, ਜਿਹੜਾ ਅਵਿਦਿਆ ਹੈ, ਅਵਿਦਿਆ ਰੂਪੀ ਜੋ ਰੋਗ ਲੱਗਿਆ ਹੋਇਆ ਹੈ ਜੀਵ ਨੂੰ, ਉਹ ਮਿਟਦਾ ਹੈ। ਤੇ ਜਿਹੜੇ ਸ਼ਾਸਤਰ ਪੜ੍ਹਨੇ ਨੇ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਡੂੰਘੀਆਂ ਵਿਚਾਰਾਂ ਕਰਨੀਆਂ ਨੇ, ਭਾਈ ਗੁਰਦਾਸ ਜੀ ਮਹਾਰਾਜ ਦੇ ਵਾਰ ਪੜ੍ਹਨੇ ਨੇ, ਭਾਈ ਨੰਦ ਲਾਲ ਜੀ ਦੀ ਰਚਨਾ ਪੜ੍ਹਨੀ ਹੈ, ਤੇ ਹੋਰ ਵੇਦ ਸ਼ਾਸਤਰ ਜਿਹੜੇ ਗ੍ਰੰਥ ਨੇ, ਸਾਰ ਕਿਤਾਵਲੀ, ਅਧਿਆਤਮ ਪ੍ਰਕਾਸ਼, ਵਿਚਾਰ ਮਾਲਾ, ਵਿਚਾਰ ਸਾਗਰ, ਯੋਗ ਵਿਸ਼ੇਸ਼ਟ, ਅਸ਼ਟਾਵਕਰ ਗੀਤਾ, ਦੱਤਾਤਰੇय ਜੀ ਦੇ ਜਿਹੜੇ ਗ੍ਰੰਥ ਨੇ, ਇਹ ਸਾਰੇ ਗ੍ਰੰਥਾਂ ਦਾ ਅਧਿਐਨ ਕਰਕੇ ਜੀਵ ਦੇ ਵਿੱਚ ਜੋ ਅਵਿਦਿਆ ਹੈ ਉਹ ਰੋਗ ਮਿਟਦਾ ਹੈ। ਤੇ ਰੋਗ ਮਿਟਣ ਕਰਕੇ ਪੰਜ ਵਿਕਾਰ ਦੇ ਉੱਤੇ ਫਤਿਹ ਹਾਸਿਲ ਹੁੰਦਾ ਹੈ, ਜਦ ਇਹ ਵਿਦਿਆ ਪੱਕ ਜਾਂਦੀ ਹੈ। ਹੁਣ ਦੋ ਤਰੀਕੇ ਦਾ ਇਹਦੇ ਵਿੱਚ ਗਿਆਨ ਆ ਜਾਂਦਾ ਹੈ। ਇੱਕ ਹੈ ਪਰੋਕਸ਼ ਗਿਆਨ, ਦੂਜਾ ਹੈ ਅਪਰੋਕਸ਼ ਗਿਆਨ। ਜਿਹੜਾ ਪਰੋਕਸ਼ ਗਿਆਨ ਹੈ, ਵਿਦਿਆ ਗੁਰੂ ਵਿਦਿਆ ਦਾਤੇ ਨੇ ਸੁਣਾਤਾ ਤੇ ਸਿੱਖ ਵਿਦਿਆ ਗੁਰੂ ਦੇ ਜਿਹੜੇ ਬੋਲ ਨੇ ਉਹਨੂੰ ਹੂਬਹੂ ਆਪਣੇ ਹਿਰਦੇ ਦੇ ਵਿੱਚ ਧਾਰਨ ਕਰੇ, ਕੰਨਾਂ ਦੇ ਨਾਲ ਸੁਣ ਕਰਕੇ ਹਿਰਦੇ ਦੇ ਵਿੱਚ ਧਾਰਨ ਕਰੇ, ਇਹਨੂੰ ਪਰੋਕਸ਼ ਗਿਆਨ ਕਹਿੰਦੇ ਨੇ। ਭਾਵ ਸੁਣਿਆ ਹੈ, ਹਜੇ ਥਿਊਰੀ ਦੇ ਵਿੱਚ ਹੈ।
ਅਤੇ ਜਦ ਵਿਦਿਆ ਗੁਰੂ ਦੇ ਜਿਹੜੇ ਬੋਲ ਹਨ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਉਤਾਰਦਾ ਹੈ, ਉਹਦਾ ਅਭਿਆਸ ਕਰਦਾ ਹੈ, ਉਹਦੇ ਵਿੱਚੋਂ ਜੋ ਅਨੁਭਵੀ ਗਿਆਨ ਪ੍ਰਗਟ ਹੁੰਦਾ ਹੈ ਉਹਨੂੰ ਅਪਰੋਕਸ਼ ਗਿਆਨ ਕਹਿੰਦੇ ਨੇ, ਜਿਹਨੂੰ ਅੰਗਰੇਜ਼ੀ ਦੇ ਵਿੱਚ ਆਪਾਂ ਕਹਿ ਦਿੰਦੇ ਹਾਂ ਨੌਲੇਜ ਟਰਨਸ ਇਨਟੂ ਵਿਜ਼ਡਮ। ਜਿਹੜਾ ਪਹਿਲਾਂ ਥਿਊਰੀ ਪੜ੍ਹਿਆ ਸੀ ਉਹ ਨੌਲੇਜ ਸੀ, ਅਤੇ ਜਦ ਉਸ ਗਿਆਨ ਨੂੰ ਆਪਣੇ ਜ਼ਿੰਦਗੀ ਦੇ ਵਿੱਚ ਲਿਆਏ, ਉਹਦਾ ਅਭਿਆਸ ਕੀਤਾ, ਉਹਦੇ ਨਾਲ ਅਨੁਭਵੀ ਗਿਆਨ ਭਾਵ ਵਿਜ਼ਡਮ ਪ੍ਰਗਟ ਹੁੰਦਾ ਹੈ। ਅਤੇ ਜਦ ਤੱਕ ਇਸ ਤਰੀਕੇ ਦੇ ਨਾਲ ਆਪਣੇ ਜੀਵਨ ਦੇ ਵਿੱਚ ਨਹੀਂ ਹੁੰਦਾ, ਤਦ ਤੱਕ ਪਰਮੇਸ਼ਰ ਦੇ ਨਾਲ ਨਿਰਗੁਣ ਰੂਪ ਦੇ ਵਿੱਚ ਲੀਨ ਨਹੀਂ ਹੋ ਸਕਦੇ। ਹਾਂ, ਉਹ ਦਵੈਤ ਦੇ ਵਿੱਚ ਜਿੱਥੇ ਜੀਵ ਅਤੇ ਈਸ਼ ਦੇ ਵਿੱਚ ਪ੍ਰੇਮ ਦੇ ਬੰਧਨ ਹੁੰਦੇ ਨੇ, ਉਹ ਬਹੁਤ ਸੁਖਦਾਈ, ਬਹੁਤ ਆਨੰਦਮਈ ਹੈ। ਪਰ ਉਸ ਤੋਂ ਵੀ ਉੱਚਾ ਕੋਈ ਕਹਿੰਦੇ ਇਹ ਮਾਰਗ ਹੈ ਜਿੱਥੇ ਨਿਰਗੁਣ ਅਵਸਥਾ ਹੁੰਦੀ ਹੈ। ਅਤੇ ਨਿਰਗੁਣ ਅਵਸਥਾ ਦਾ ਜਿਹੜਾ ਉਪਦੇਸ਼ ਹੈ ਵਿਸ਼ਿਸ਼ਟ ਜੀ ਮਹਾਰਾਜ ਨੇ ਰਾਮ ਜੀ ਨੂੰ ਵੀ ਦਿੱਤਾ ਹੈ। ਅਤੇ ਗੁਰਬਾਣੀ ਦੇ ਵਿੱਚ ਇਸ ਤਰੀਕੇ ਨਾਲ ਸਤਿਗੁਰੂ ਮਹਾਰਾਜ ਜੀ ਬਿਆਨ ਕਰਦੇ ਨੇ, ਕਹਿੰਦੇ ਨੇ ਕਿ ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਹੁੰਦਾ ਕੀ ਹੈ ਕਿ ਗੁਰੂ ਆਪਣੇ ਗੁਰੂ ਕੋਲ ਆ ਕਰਕੇ, ਵਿਦਿਆ ਗੁਰੂ ਆ ਕਰਕੇ ਗਿਆਨ ਅੰਜਨ ਦੀ ਪ੍ਰਾਪਤੀ ਹੁੰਦੀ ਹੈ। ਅੰਜਨ ਕੀ ਹੁੰਦਾ ਹੈ? ਅੱਖਾਂ ਨੂੰ ਸੁੰਦਰ ਬਣਾਉਣ ਦੇ ਲਈ ਜਿਹੜਾ ਸੂਰਮਾ ਪਾਉਂਦੇ ਨੇ, ਅਤੇ ਅੱਖਾਂ ਦੀ ਜਿਹੜੀ ਤੇਜ ਨੂੰ ਪ੍ਰਚਲਿਤ ਕਰਨ ਲਈ, ਪ੍ਰਚੰਡ ਕਰਨ ਦੇ ਲਈ ਸੂਰਮਾ ਪਾਇਆ ਜਾਂਦਾ ਹੈ, ਸਜਾਵਟ ਦੇ ਲਈ ਵੀ ਪਾਇਆ ਜਾਂਦਾ ਹੈ। ਇਵੇਂ ਕਹਿੰਦੇ ਨੇ ਕਿ ਜੀਵ ਦੀਆਂ ਜਿਹੜੀ ਅੱਖਾਂ ਨੇ, ਇਹ ਇੰਦਰੀ ਜੋ ਹੈ ਅੱਖ, ਜੇ ਇਹਨੂੰ ਰੋਗ ਰਹਿਤ ਕਰਨਾ ਹੋਵੇ ਤਾਂ ਸੁਰਮਾ ਪਾ ਲਈਏ, ਅਤੇ ਨਾਲੇ ਸੋਹਣਾ ਵੀ ਬੰਦਾ ਦਿਸਦਾ ਹੈ ਅਤੇ ਰੋਗ ਤੋਂ ਵੀ ਨਿਵਰਤੀ ਉਹਦੀ ਹੋ ਜਾਂਦੀ ਹੈ। ਇਵੇਂ ਹੀ ਜਿਹੜੇ ਗਿਆਨ ਰੂਪੀ ਜਿਹੜਾ ਮਨ ਹੈ, ਤ੍ਰਿਕੁਟੀ ਦੇ ਵਿੱਚ ਜਿਹੜਾ ਸਾਡਾ ਤੀਜਾ ਨੇਤਰ ਹੈ, ਉਹਨੂੰ ਕਿਵੇਂ ਸਜਾਵਾਂਗੇ? ਉਹਨੂੰ ਗਿਆਨ ਦੇ ਅੰਜਨ ਦੇ ਨਾਲ ਸਜਾਇਆ ਜਾਂਦਾ ਹੈ। ਸਤਿਗੁਰੂ ਜੀ, ਗੁਰਦੇਵ ਜੀ, ਵਿਦਿਆ ਦਾਤੇ, ਮਹਾਂਪੁਰਖ, ਬ੍ਰਹਮ ਗਿਆਨੀ, ਸਾਧੂ ਜਨ ਸਾਨੂੰ ਗਿਆਨ ਦਾ ਅੰਜਨ ਦਿੰਦੇ ਨੇ। ਅਤੇ ਉਹਦੇ ਨਾਲ ਹੁੰਦਾ ਕੀ ਹੈ ਕਿ ਜਿਹੜਾ ਸਾਡਾ ਅਗਿਆਨ ਹੈ, ਸੋਚਣ ਦੀ ਜਿਹੜੀ ਸ਼ਕਤੀ ਹੈ, ਮਨ, ਬੁੱਧ, ਚਿੱਤ, ਇਹਨੂੰ ਸਜਾਉਣ ਦੇ ਲਈ, ਇਹਦੇ ਵਿੱਚ ਸੱਚ ਪਾਉਣ ਦੇ ਲਈ, ਇਹਨੂੰ ਰੋਗ ਤੋਂ ਰਹਿਤ ਕਰਨ ਲਈ, ਹਉਮੈ ਦਾ ਜਿਹੜਾ ਰੋਗ ਲੱਗਿਆ ਹੋਇਆ ਹੈ, ਗਿਆਨ ਦਾ ਅੰਜਨ ਦਿੱਤਾ ਜਾਂਦਾ ਹੈ। ਅਤੇ ਗਿਆਨ ਅੰਜਨ ਪਾ ਕਰਕੇ ਹੋਵੇਗਾ ਕੀ? ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼। ਜਿਹੜਾ ਅਗਿਆਨ ਦਾ ਹਨੇਰਾ ਸੀ ਕਿ ਮੈਂ ਅਲੱਗ ਹਾਂ, ਮੇਰਾ ਇਸ਼ਟ ਅਲੱਗ ਹੈ, ਪਾਰ ਬ੍ਰਹਮ ਪਰਮੇਸ਼ਰ ਅਲੱਗ ਹੈ, ਇਹ ਜਿਹੜਾ ਅਗਿਆਨ ਦਾ ਹਨੇਰਾ ਹੈ ਉਹ ਦੂਰ ਹੋ ਜਾਂਦਾ ਹੈ। ਪਰ ਇਹ ਪ੍ਰਾਪਤ ਕਿਵੇਂ ਹੁੰਦਾ ਹੈ? ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ। ਹਰੀ ਪਰਮੇਸ਼ਰ ਦੀ ਕਿਰਪਾ ਦੇ ਨਾਲ ਸੰਤ ਦੇ ਨਾਲ ਮਿਲਾਪ ਹੁੰਦਾ ਹੈ। ਇਹੋ ਜਿਹੇ ਵਿਦਿਆ ਗੁਰੂ ਉਹਨਾਂ ਦੇ ਜੀਵਨ ਦੇ ਵਿੱਚ ਆਉਂਦੇ ਨੇ, ਜਿਹੜਾ ਜੀਵ ਅਤੇ ਇਸ਼ਟ ਦਾ ਜਿਹੜਾ ਪਰਦਾ ਹੈ ਉਹ ਚੱਕ ਦਿੰਦੇ ਨੇ, ਆਤਮ ਗਿਆਨ ਕਰਾ ਦਿੰਦੇ ਨੇ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਫਿਰ ਮਨ ਨੂੰ ਦਿਲਾਸਾ ਆ ਜਾਂਦਾ ਹੈ, ਮਨ ਨੂੰ ਆਪਣਾ ਰੂਪ ਯਾਦ ਆ ਜਾਂਦਾ ਹੈ, ਅਤੇ ਮਨ ਹਮੇਸ਼ਾ ਹੀ ਟਿਕਿਆ ਰਹਿੰਦਾ ਹੈ। ਸੋ ਇਹੀ ਗਿਆਨ ਵਿਸ਼ਿਸ਼ਟ ਜੀ ਮਹਾਰਾਜ ਨੇ ਰਾਮ ਜੀ ਨੂੰ ਦੱਸਿਆ ਹੈ। ਅਤੇ ਕਹਿੰਦੇ ਨੇ ਕਿ ਹੇ ਰਾਮ, ਮਨ, ਬੁੱਧੀ, ਅਹੰਕਾਰ ਅਤੇ ਇੰਦਰੀਆਂ ਆਦਿਕ ਜੋ ਦ੍ਰਿਸ਼ ਪਦਾਰਥ ਹਨ, ਉਹ ਸਾਰੇ ਉਹੀ ਅਗਮ ਅਗੋਚਰ ਪਰਮੇਸ਼ਰ ਹੈ, ਅਤੇ ਜੀਵ ਵੀ ਉਸ ਤੋਂ ਇੱਕੋ ਜਿਹਾ ਹੈ। ਹੁਣ ਇਹਦੇ ਵਿੱਚ ਦੋ ਚੀਜ਼ਾਂ ਆ ਜਾਂਦੀਆਂ ਨੇ। ਜਦ ਦਵੈਤ ਤੋਂ ਆਪਾਂ ਚੱਲ ਕਰਕੇ ਅਦਵੈਤ ਵੱਲ ਜਾਂਦੇ ਹਾਂ, ਪਹਿਲਾਂ ਤਾਂ ਮਨ, ਬੁੱਧੀ, ਅਹੰਕਾਰ, ਚਿੱਤ, ਵਾਸ਼ਨਾਵਾਂ, ਇੰਦਰੀਆਂ, ਸਰੀਰ, ਇਹਨਾਂ ਸਾਰਿਆਂ ਦਾ ਖੰਡਨ ਕੀਤਾ ਜਾਂਦਾ ਹੈ। ਸਿੱਖ ਨੂੰ ਸਮਝਾਇਆ ਜਾਂਦਾ ਹੈ ਕਿ ਨਾ ਤੂੰ ਮਨ ਹੈ, ਨਾ ਤੂੰ ਬੁੱਧੀ ਹੈ, ਨਾ ਤੂੰ ਚਿੱਤ ਹੈ, ਨਾ ਤੂੰ ਅਹੰਕਾਰ ਹੈ, ਨਾ ਤੂੰ ਵਿਸ਼ੇ ਵਿਕਾਰ ਹੈ, ਨਾ ਤੂੰ ਗਿਆਨ ਇੰਦਰੀਆਂ ਹੈ, ਨਾ ਕਰਮ ਇੰਦਰੀ ਹੈ, ਅਤੇ ਨਾ ਹੀ ਤੂੰ ਸਰੀਰ ਹੈ।
ਹੁਣ ਤੂੰ ਆਪਣੇ ਆਪ ਦੇ ਵਿੱਚ ਦੇਖ ਪਿੱਛੇ ਕੌਣ ਰਹਿ ਗਿਆ। ਤੇ ਫਿਰ ਗੁਰੂ ਕਿਰਪਾ ਦੇ ਨਾਲ ਮੁਮੁਕਸ਼ੂ ਆਪਣੇ ਆਤਮ ਨੂੰ ਜਾਣਨਾ ਸ਼ੁਰੂ ਕਰਦਾ ਹੈ। ਜਦ ਇੱਕ ਵਾਰੀ ਆਤਮਾ ਨੂੰ ਜਾਣ ਲਿਆ, ਨਾਸ਼ਵੰਤ ਚੀਜ਼ਾਂ ਤੋਂ ਜਿਹੜਾ ਅਵਿਨਾਸ਼ੀ ਪਦਾਰਥ ਹੈ ਉਹਦੇ ਦਰਸ਼ਨ ਹੋ ਜਾਂਦੇ ਨੇ, ਤੇ ਫਿਰ ਗੁਰੂ ਮੁੜ ਲਿਆ ਕਰਕੇ ਸ਼ੁੱਧ ਸਰੂਪ ਦੱਸਦਾ ਹੈ। ਕਹਿੰਦੇ ਨੇ ਹੁਣ ਤੂੰ ਆਪਣੇ ਮਨ, ਬੁੱਧੀ, ਅਹੰਕਾਰ ਤੇ ਇੰਦਰੀਆਂ ਆਦਿਕ ਸਰੀਰ ਜੋ ਹਨ, ਇਹ ਸਾਰੇ ਪਦਾਰਥਾਂ ਨੂੰ ਵੀ ਉਹੀ ਪਰਮੇਸ਼ਰ ਦਾ ਰੂਪ ਜਾਣ। ਉਹ ਕਿਵੇਂ? ਅੱਗੇ ਦੱਸਦੇ ਨੇ ਕਿ ਜਿਵੇਂ ਸੋਨੇ ਤੇ ਗਹਿਣੇ ਵਿੱਚ ਕੁਝ ਅੰਤਰ ਨਹੀਂ ਹੈ, ਤਿਵੇਂ ਹੀ ਪਰਮਾਤਮਾ ਤੇ ਜੀਵ ਆਦਿਕ ਇੱਕ ਰੂਪ ਹਨ। ਜਦ ਤੱਕ ਚਿੱਤ ਅਗਿਆਨ ਵਿੱਚ ਹੁੰਦਾ ਹੈ, ਤਦ ਤੱਕ ਜਗਤ ਮਰਨ ਤੇ ਜਨਮ ਦਾ ਕਾਰਨ ਹੁੰਦਾ ਹੈ, ਪਰ ਜਦ ਗਿਆਨ ਅਗਿਆਨ ਨਸ਼ਟ ਹੋ ਜਾਂਦਾ ਹੈ, ਤਦ ਚਿੱਤ ਆਦਿਕ ਦੂਰ ਹੋ ਜਾਂਦਾ ਹੈ। ਅਧਾਤਮ ਵਿਦਿਆ ਜੋ ਵੇਦਾਂਤ ਸ਼ਾਸਤਰ ਹੈ, ਉਸ ਦੇ ਅਭਿਆਸ ਨਾਲ ਅਗਿਆਨ ਨਸ਼ਟ ਹੋ ਜਾਂਦਾ ਹੈ। ਜਿਵੇਂ ਅੱਗ ਦੇ ਤੇਜ ਨਾਲ ਸੀਤ ਦੂਰ ਹੋ ਜਾਂਦੀ ਹੈ, ਤਿਵੇਂ ਹੀ ਅਧਿਆਤਮ ਵਿਦਿਆ ਦੇ ਵਿਚਾਰ ਤੇ ਅਭਿਆਸ ਨਾਲ ਅਗਿਆਨ ਨਸ਼ਟ ਹੋ ਜਾਂਦਾ ਹੈ। ਜਦ ਤੱਕ ਅਗਿਆਨ ਦਾ ਕਾਰਨ ਤ੍ਰਿਸ਼ਨਾ ਉਪਸ਼ਰਮ ਨੂੰ ਨਹੀਂ ਪ੍ਰਾਪਤ ਹੁੰਦਾ, ਤਦ ਤੱਕ ਅਗਿਆਨ ਹੈ। ਜਦ ਤ੍ਰਿਸ਼ਨਾ ਨਸ਼ਟ ਹੋਵੇ, ਤਦ ਸਮਝੋ ਕਿ ਅਗਿਆਨ ਦੂਰ ਹੋਇਆ। ਹੇ ਰਾਮ ਜੀ, ਤ੍ਰਿਸ਼ਨਾ ਰੂਪੀ ਹੈਜੇ ਦਾ ਰੋਗ ਨਸ਼ਟ ਕਾਰਨ ਦਾ ਮੰਤਰ ਅਧਿਆਤਮ ਸ਼ਾਸਤਰ ਹੀ ਹੈ। ਉਸ ਦੇ ਅਭਿਆਸ ਨਾਲ ਤ੍ਰਿਸ਼ਨਾ ਨਸ਼ਟ ਹੋ ਜਾਂਦੀ ਹੈ। ਜਿਵੇਂ ਸਰਦ ਨਾਲ ਵਿੱਚ ਧੁੰਦ ਨਸ਼ਟ ਹੋ ਜਾਂਦੀ ਹੈ, ਤਿਵੇਂ ਹੀ ਆਤਮ ਅਭਿਆਸ ਨਾਲ ਚਿੱਤ ਸ਼ਾਂਤ ਹੋ ਜਾਂਦਾ ਹੈ। ਤੇ ਜਿਵੇਂ ਸਰਦ ਕਾਲ ਵਿੱਚ ਬੱਦਲ ਨਸ਼ਟ ਹੋ ਜਾਂਦੇ ਹਨ, ਤਿਵੇਂ ਹੀ ਵਿਚਾਰ ਨਾਲ ਮੂਰਖਤਾ ਨਸ਼ਟ ਹੋ ਜਾਂਦੀ ਹੈ। ਜਦ ਚਿੱਤ ਰਹਿਤ ਨੂੰ ਪ੍ਰਾਪਤ ਹੁੰਦਾ ਹੈ, ਤਦ ਵਾਸ਼ਨਾ ਭਰਮ ਨਸ਼ਟ ਹੋ ਜਾਂਦਾ ਹੈ। ਜਿਵੇਂ ਧਾਗੇ ਨਾਲ ਮੋਤੀ ਪਰੋਏ ਹੁੰਦੇ ਹਨ, ਤੇ ਧਾਗੇ ਤੇ ਟੁੱਟਣ ਨਾਲ ਮੋਤੀ ਵੱਖ-ਵੱਖ ਹੋ ਜਾਂਦੇ ਹਨ, ਤਿਵੇਂ ਹੀ ਅਗਿਆਨ ਦੇ ਨਸ਼ਟ ਹੋਣ ਤੇ ਮਨ ਆਦਿਕ ਸਾਰੇ ਨਸ਼ਟ ਹੋ ਜਾਂਦੇ ਹਨ। ਜੋ ਮਨੁੱਖ ਅਧਿਆਤਮ ਸ਼ਾਸਤਰ ਦੇ ਅਰਥ ਨੂੰ ਨਹੀਂ ਧਾਰਨ ਕਰਦੇ ਤੇ ਨਾ ਹੀ ਪ੍ਰੀਤ ਕਰਦੇ ਹਨ, ਉਹ ਪਾਪੀ ਕੀੜੇ ਆਦਿਕ ਨੀਚ ਜੂਨ ਨੂੰ ਪ੍ਰਾਪਤ ਹੋਣਗੇ। ਹੇ ਕਵਲ ਨੈਣ, ਤੁਹਾਡੇ ਵਿੱਚ ਜੋ ਕੁਛ ਮੂਰਖਤਾ ਤੇ ਚੰਚਲਤਾ ਸੀ, ਉਹ ਨਸ਼ਟ ਹੋ ਚੁੱਕੀ ਹੈ। ਤੇ ਜਿਵੇਂ ਹਵਾ ਦੇ ਟਿਕਣ ਨਾਲ ਪਾਣੀ ਅਚਲ ਹੁੰਦਾ ਹੈ, ਤਿਵੇਂ ਹੀ ਤੁਸੀਂ ਸਥਿਰ ਤੇ ਭਾਵ ਅਭਾਵ ਤੋਂ ਰਹਿਤ ਪਰਮ ਆਕਾਸ਼ ਵਾਂਗ ਨਿਰਮਲ ਦਰਜੇ ਨੂੰ ਪ੍ਰਾਪਤ ਹੋਏ ਹੋ। ਹੇ ਰਾਮ, ਮੈਂ ਅਜਿਹਾ ਮੰਨਦਾ ਹਾਂ ਕਿ ਮੇਰੇ ਬਚਨਾਂ ਨਾਲ ਤੁਹਾਨੂੰ ਗਿਆਨ ਹੋਇਆ ਹੈ ਤੇ ਵੱਡੀ ਲੰਮੀ ਅਗਿਆਨ ਰੂਪੀ ਨੀਂਦ ਤੋਂ ਤੁਸੀਂ ਜਾਗੇ ਹੋ। ਸੋ ਇਸ ਕਰਕੇ ਇਹ ਮੇਰੀ ਬੇਨਤੀ ਸਾਰੇ ਸਰੋਤਿਆਂ ਜਨਾਂ ਦੇ ਚਰਨਾਂ ਦੇ ਵਿੱਚ ਹੈ ਕਿ ਕੋਈ ਆਪਣਾ ਵਿਦਿਆ ਗੁਰੂ ਬਣਾਓ, ਜਿਹਦੇ ਕੋਲੋਂ ਬੈਠ ਕਰਕੇ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਜਿਹੜੀਆਂ ਡੂੰਘੀਆਂ ਰਹੱਸਮਈ ਚੀਜ਼ਾਂ ਨੇ, ਉਹਨਾਂ ਨੂੰ ਤੁਸੀਂ ਸੁਣੋ ਤੇ ਆਪਣੇ ਜੀਵਨ ਦੇ ਵਿੱਚ ਉਹਦਾ ਅਭਿਆਸ ਕਰੀਏ। ਹਾਂ, ਇਹ ਠੀਕ ਹੈ ਕਿ ਆਪਾਂ ਜੀਵ ਦੇ ਈਸ਼ ਦੇ ਵਿੱਚ ਜੋ ਦਵੈਤ ਹੈ, ਉਹਦਾ ਆਨੰਦ ਵੀ ਆਪਾਂ ਮਾਣਦੇ ਹਾਂ, ਪਰ ਸਰਗੁਣ ਤੋਂ ਉੱਠ ਕਰਕੇ ਨਿਰਗੁਣ ਉਪਾਸਨਾ ਜਦ ਅਸੀਂ ਕਰਾਂਗੇ, ਇਸ ਤੋਂ 1000 ਗੁਣਾ ਫਲ, ਇਸ ਤੋਂ 1000 ਗੁਣਾ ਆਨੰਦ ਇਹਦਾ ਤੁਸੀਂ ਅਨੁਭਵ ਕਰੋਗੇ। ਜਦ ਜੀਵ ਆਪਣੇ ਇਸ਼ਟ ਦੇ ਵਿੱਚ ਜਾ ਕਰਕੇ ਸਮਾ ਜਾਵੇ, ਭਾਵ ਜੀਵ ਰੂਪੀ ਬਿਰਤੀ ਮਨ ਜੋ ਹੈ ਉਹਦਾ ਤਿਆਗ ਹੋ ਕਰਕੇ ਗੁਰੂ ਰੂਪੀ ਬਿਰਤੀ ਜੀਵ ਦੇ ਇਸ ਸਰੀਰ ਦੇ ਵਿੱਚ ਹੀ ਆ ਜਾਵੇ, ਭਾਵ ਮਨਮਨਤ ਨੂੰ ਤਿਆਗ ਕਰਕੇ ਗੁਰਮਤੀ ਕੋਈ ਬਣ ਜਾਵੇ, ਤੇ ਉਹਨੂੰ ਕਿੰਨਾ ਆਨੰਦ ਆਵੇਗਾ, ਇਹ ਆਪ ਜੀ ਆਪ ਹੀ ਇਹਦਾ ਵਿਚਾਰ ਲਾਓ। ਸੋ ਇਸ ਕਰਕੇ ਭਾਈ, ਵਿਦਿਆ ਜ਼ਰੂਰ ਪੜ੍ਹੋ, ਮਰਿਆਦਾ ਵੀ ਰੱਖੋ, ਤੇ ਵੱਧ ਤੋਂ ਵੱਧ ਇਸ ਵਿਦਿਆ ਦੇ ਪ੍ਰਤੀ ਪ੍ਰੇਮ ਰੱਖੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।